ਪੰਜਾਬ ਦਾ ਉਹ ਪੁੱਤ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇੱਕ ਮਾਂ ਨੂੰ ਪਤਾ ਹੁੰਦਾ ਆਪਣੇ ਪੁੱਤ ਬਾਰੇ ਕਿ ਪੁੱਤ ਦਾ ਦੁੱਖ ਕੀ ਹੁੰਦਾ। ਕਾਨੂੰਨ ਰੱਦ ਕਰਾ ਕੇ ਆਉਂਗਾ। ਖੇਤੀਬਾੜੀ ਕਰਦੇ ਹੋ ਜੀ ਤੁਸੀਂ? ਜ਼ਮੀਨ ਹੈ ਜੀ ਬਿੱਗਾ ਕਵਸ, ਮਤਲਬ ਸੇੜੀ ਦੀ ਜ਼ਮੀਨ ਹੈ ਗੌਰਮੈਂਟ ਦੀ। ਅੱਛਾ, ਮੈਨੂੰ ਤਾਂ ਦੱਸ ਕੇ ਨਹੀਂ ਗਿਆ ਵੀ ਜੇ ਜਾਣਾ। तो सब तो पहला ਤੁਹਾਨੂੰ ਫੋਨ ਆਉਂਦਾ ਮੇਰਾ ਖਿਆਲ। ਵੀਰ ਕਿਉਂ ਯਾਰ ਮਜ਼ਾਕ ਕਰਦੇ ਹੋ? ਸ਼ਮਸ਼ੇਰ ਸਿੰਘ ਨਹੀਂ ਰਿਹਾ ਵੀਰ। कोई बात नहीं करते गया 8 दिन पहले ही मैं तेरा परिवार ਮੇਰਾ ਐਕਸੀਡੈਂਟ ਹੋ ਗਿਆ। ਇਹ ਕਾਕਾ ਪੜਦਾ ਸੀ ਉਹੀ ਫੀਸ ਫੂਸ ਭਰਦਾ ਰਿਹਾ ਹੈ ਜੀ। ਮੈਂ 1 ਸਾਲ ਪਿਆ ਰਿਹਾ ਜੀ। ਉਸੇ ਨਹੀਂ ਕੰਮ ਥਾਮਿਆ ਸੀ। ਉਸੇ ਨੂੰ ਕਈ ਵਾਰੀ ਕਿਹਾ ਉਹਨੇ ਵੀ ਮੈਂ ਤਾਂ ਦਿੱਲੀ ਜਾਊਂ। ਫਿਰ ਹਫ਼ਤੇ ਬਾਅਦ ਆ ਸਾਨੂੰ ਸੁਨੇਹਾ ਆ ਗਿਆ ਬਸ। ਕਹਿੰਦਾ ਵੀਰੇ ਜੇ ਆਪਾਂ ਸਾਰੇ ਪਿੱਛੇ ਹਟਣ ਲੱਗੇ ਫਿਰ ਅੱਗੇ ਲੜੂ ਕੌਣ? ਕਹਿੰਦਾ ਵੀਰੇ ਮੈਂ ਤਾਂ ਮੁੜ ਕੇ ਆਣਾ ਹੀ ਨਹੀਂ, ਉਹ ਮੈਂ ਤਾਂ ਸਦਾ ਲਈ ਇੱਥੇ ਹੀ ਰਹੂੰਗਾ। ਹੁਣ ਘੁੱਟ ਕੇ ਸਾਥੀ ਨਾਲ ਲਾਇਆ, ਸਾਰਾ ਸਰੀਰ ਠੰਡਾ ਹੋ। 50 ਕਦਮ ਮੁਸ਼ਕਲ ਨਾਲ ਗੱਡੀ ਗਈ ਹੁਣ। 50 ਇਹਨੂੰ ਪੂਰੇ ਜੱਬ ਭੇਜ ਲੈ। ਮੈਂ ਕਿਹਾ ਸਿਰੇ ਯਾਰ ਐ ਨਾ ਕਰ ਤੂੰ। Press the bell icon and never miss a video from Daily Awaaz. ਸਤਿ ਸ਼੍ਰੀ ਅਕਾਲ। ਡੇਲੀ ਆਵਾਜ਼ ਤੇ ਤੁਹਾਡਾ ਮੈਂ ਬਿੱਟੂ ਚੱਕਵਾਲਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਸਾਡੀ ਟੀਮ ਹੈ ਜਿਹੜੀ ਅੱਜ ਜ਼ਿਲ੍ਹਾ ਸੰਗਰੂਰ ਦੇ ਪਿੰਡ ਲਿੱਦੜਾਂ ਦੇ ਵਿੱਚ ਪੁੱਜੀ ਹੋਈ ਹੈ। ਕਿਸਾਨੀ ਸੰਘਰਸ਼ ਹੈ ਜਿਹੜਾ ਇਸ ਵਕਤ ਤੋਂ ਪੂਰੇ ਜ਼ੋਰ ਦੇ ਨਾਲ ਚੱਲ ਰਿਹਾ। ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ। ਇਸ ਸੰਘਰਸ਼ ਦੇ ਦੌਰਾਨ ਕਿਸਾਨ ਜਿੱਥੇ ਆਪਣਾ ਸੰਘਰਸ਼ ਦੇ ਵਿੱਚ ਯੋਗਦਾਨ ਪਾ ਰਹੇ ਨੇ, ਉੱਥੇ ਆਪਣੀ ਹਾਜ਼ਰੀ ਦੇ ਰਹੇ ਨੇ, ਉੱਥੇ ਬਹੁਤ ਸਾਰੇ ਕਿਸਾਨ ਜਿਹੜੇ ਸੰਘਰਸ਼ ਦੇ ਦੌਰਾਨ ਹੀ ਜਿਹੜੇ ਆਪਣੀਆਂ ਜਾਨਾਂ ਗਵਾ ਰਹੇ ਨੇ। ਠੰਡ ਦਾ ਮੌਸਮ ਹੈ, ਕਹਿਰ ਦੀ ਠੰਡ ਵਰਦੀ ਹੈ ਤੇ ਪੋਹ ਮਾਘ ਦੇ ਮਹੀਨੇ ਦੇ ਵਿੱਚ ਠੰਡ ਦੇ ਵਿੱਚ ਉੱਥੇ ਬੈਠਣਾ ਖੁੱਲ੍ਹੇ ਅਸਮਾਨ ਦੇ ਹੇਠਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਜ਼ਿਲ੍ਹਾ ਸੰਗਰੂਰ ਦੇ ਇਸ ਪਿੰਡ ਦਾ ਕਿਸਾਨ ਸ਼ਮਸ਼ੇਰ ਸਿੰਘ ਆਪਣੀ ਜਾਨ ਉੱਥੇ ਗਵਾ ਗਿਆ। ਪਿੱਛੇ ਪਰਿਵਾਰ ਤੇ ਕੀ ਬੀਤਦੀ ਹੈ, ਪਰਿਵਾਰ ਦੇ ਵਿੱਚ ਕੌਣ-ਕੌਣ ਹੈ, ਡੇਲੀ ਆਵਾਜ਼ ਦੀ ਕੋਸ਼ਿਸ਼ ਹੈ ਕਿ ਤੁਹਾਨੂੰ ਉਹ ਹਾਲਾਤ ਵਿਖਾਈਏ, ਘਰ ਦੀ ਹਾਲਤ ਵਿਖਾਈਏ, ਪਰਿਵਾਰਕ ਮੈਂਬਰਾਂ ਦੇ ਹਾਲਾਤ ਵਿਖਾਈਏ। ਅਸੀਂ ਉਸ ਪਰਿਵਾਰ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਵਾਂਗੇ। ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਆਪਾਂ ਸ਼ਮਸ਼ੇਰ ਸਿੰਘ ਦੇ ਪਰਿਵਾਰ ਦੇ ਕੋਲ ਚੱਲਦੇ ਹਾਂ, ਉਹਨਾਂ ਨੂੰ ਮਿਲਾਵਾਂਗੇ, ਗੱਲਬਾਤ ਕਰਾਂਗੇ ਤੇ ਵੇਖਾਂਗੇ ਕਿ ਕਿਹੋ ਜਿਹੇ ਦਿਨ ਅੱਜ ਪਰਿਵਾਰ ਸ਼ਮਸ਼ੇਰ ਸਿੰਘ ਤੋਂ ਬਿਨਾਂ ਕੱਢ ਰਿਹਾ। ਸਾਡੀ ਕੋਸ਼ਿਸ਼ ਦੇ ਨਾਲ ਤੁਸੀਂ ਜੁੜੇ ਰਹਿਣਾ। ਇਸ ਵਕਤ ਅਸੀਂ ਪਰਿਵਾਰ ਦੇ ਨਾਲ ਬੈਠੇ ਹਾਂ ਤੇ ਉਸ ਘਰ ਦੇ ਵਿੱਚ ਹਾਂ ਜਿੱਥੇ ਸਰਦਾਰ ਸ਼ਮਸ਼ੇਰ ਸਿੰਘ ਆਪਣੀ ਜ਼ਿੰਦਗੀ ਜਿਹੜੀ ਪੂਰੀ ਗੁਜ਼ਾਰ ਕੇ ਗਏ ਨੇ। ਤੇ ਤੁਸੀਂ ਇਸ ਫਰੇਮ ਦੇ ਵਿੱਚ ਵੇਖੋਗੇ ਕਿ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਰਦਾਰ ਨਿਰਭੈ ਸਿੰਘ ਜੀ ਤੇ ਬਾਈ ਸ਼ਮਸ਼ੇਰ ਸਿੰਘ ਜੀ ਹੋਰਾਂ ਦੇ ਧਰਮ ਪਤਨੀ ਬੀਬੀ ਗੁਰਜੀਤ ਕੌਰ ਜੀ ਤੇ ਮਾਤਾ ਜੀ ਸਾਡੇ ਨਾਲ ਸਰਜੀਤ ਕੌਰ ਜੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਬੈਠੇ ਨੇ ਤੇ ਉਹਨਾਂ ਦੇ ਭਰਾ ਨੇ ਇਸ ਵਕਤ ਜਿਹੜੇ ਬਾਈ ਜੀ ਹੁਣੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਰਹਿਣਗੇ। ਆਪਾਂ ਪੂਰੇ ਪਰਿਵਾਰ ਦਾ ਜਿਹੜਾ ਦੁੱਖ ਆ ਉਹਨਾਂ ਦੇ ਨਾਲ ਸਾਂਝਾ ਕਰਾਂਗੇ ਕਿਉਂਕਿ ਮੇਰਾ ਖਿਆਲ ਬਾਈ ਜੀ 45 ਸਾਲ ਉਮਰ ਸੀਗੀ ਜਿਹੜੀ ਵੀਰ ਹੋਣਾ ਦੀ। 45-46 ਸਾਲ ਦੇ ਕਰੀਬ ਉਮਰ ਸੀ। ਤੇ ਮਾਤਾ ਜੀ ਮਾਂ ਦੇ ਅੱਖਾਂ ਦੇ ਵਿੱਚੋਂ ਹੰਝੂ ਜਿਹੜੇ ਉਹ ਪਹਿਲਾਂ ਹੀ ਵਹਿ ਰਹੇ ਨੇ। ਮੇਰਾ ਵੈਸੇ ਜਦੋਂ ਟੀਮ ਸਾਡੀ ਤੁਰੀ ਸੀ ਨਾ, ਅਸੀਂ ਇਹ ਸੋਚ ਕੇ ਤੁਰੇ ਸੀ ਵੀ ਪਰਿਵਾਰ ਨੂੰ ਸਵਾਲ ਕੀ ਕਰਾਂਗੇ, ਕਿਵੇਂ ਗੱਲ ਕਰਾਂਗੇ। ਕਿਸਾਨ ਜਿਹੜਾ ਸੰਘਰਸ਼ ਦੇ ਵਿੱਚ ਹੈ, ਦਿੱਲੀ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਕਿਸਾਨ ਬੈਠੇ ਨੇ ਤੇ ਬਹੁਤ ਸਾਰੇ ਕਿਸਾਨ ਜਿਹੜੇ ਆਪਣੀਆਂ ਜਾਨਾਂ ਗਵਾ ਗਏ ਨੇ। ਸ਼ਮਸ਼ੇਰ ਸਿੰਘ ਉਹਨਾਂ ਦੇ ਵਿੱਚੋਂ ਇੱਕ ਸ਼ਹੀਦ ਹੈ। ਪੰਜਾਬ ਦਾ ਉਹ ਪੁੱਤ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇੱਕ ਮਾਂ ਨੂੰ ਪਤਾ ਹੁੰਦਾ ਆਪਣੇ ਪੁੱਤ ਬਾਰੇ ਕਿ ਪੁੱਤ ਦਾ ਦੁੱਖ ਕੀ ਹੁੰਦਾ। ਮਾਤਾ ਜੀ ਜਿੱਦਣ ਗਿਆ ਸੀ ਸ਼ਮਸ਼ੇਰ ਘਰੋਂ ਤੁਹਾਡੀ ਗੱਲ ਹੋਈ ਸੀਗੀ? ਮੁੰਡੇ ਕੰਨੀ ਦੇ ਜੱਟਾਂ ਵੱਜੀਆਂ ਨੇ, ਮੈਨੂੰ ਤਾਂ ਮਿਲ ਕੇ ਨਹੀਂ। ਅੱਛਾ, ਤੁਹਾਨੂੰ ਮਿਲ ਕੇ ਨਹੀਂ ਸੀ ਗਈ? ਮੈਂ ਤਾਂ ਤੜਪਦੀ ਆ। ਜਿਸ ਤਰ੍ਹਾਂ ਤੁਹਾਡਾ ਬਾਈ ਜੀ ਮੇਰਾ ਖਿਆਲ ਐਕਸੀਡੈਂਟ ਹੋ ਗਿਆ ਸੀ ਪਹਿਲਾਂ, ਉਹਨਾਂ ਦੇ ਸ਼ਹੀਦ ਹੋਣ ਤੋਂ ਪਹਿਲਾਂ ਤੁਹਾਡਾ ਐਕਸੀਡੈਂਟ ਹੋ ਗਿਆ। ਜਿਵੇਂ ਮਾਤਾ ਜੀ ਦੱਸ ਰਹੇ ਆ ਬਈ ਤੁਹਾਡੇ ਵੱਲ ਧਿਆਨ ਸੀ, ਇਹਨਾਂ ਨੂੰ ਮਿਲ ਵੀ ਨਹੀਂ ਸਕੇ। ਬਿਲਕੁਲ ਜੀ, ਬਿਲਕੁਲ। ਕਿਵੇਂ ਹੋਇਆ ਸੀ, ਕੀ ਹੋਇਆ ਸੀ ਜਦੋਂ ਘਰੋਂ ਗਏ ਆ? ਥੋੜਾ ਜਿਹਾ ਦੱਸੋ ਮੈਨੂੰ।
ਮੇਰਾ ਐਕਸੀਡੈਂਟ ਹੋਇਆ ਜੀ, ਮਾਤਾ ਜੀ ਮੇਰੇ ਕੋਲੇ ਹੀ ਸੀਗੇ ਉਧਰ। ਅੱਛਾ। ਇੱਕ ਦਿਨ ਬਸ ਜਾਣ ਤੋਂ ਪਹਿਲਾਂ ਨਾ ਮੈਨੂੰ ਮੇਰਾ ਪਤਾ ਜ਼ਰੂਰ ਲੈ ਕੇ ਆਇਆ, ਜਿਸ ਤਰ੍ਹਾਂ ਹੁੰਦਾ ਹੀ ਆ ਵੀ ਚਲੋ ਐਕਸੀਡੈਂਟ ਹੋਇਆ ਵੀਰੇ, ਠੀਕ ਹੈ ਤੂੰ? ਠੀਕ ਆ। ਤੇ ਨਵੇਂ ਸਾਲ ਤੇ ਜਿਵੇਂ ਆਪਣੇ ਭਾਈ ਬਣੀ ਹੋਈ ਹੈਗੀ, ਆਪਾਂ ਬੇਸ ਕਰਦੇ ਆ ਇੱਕ ਦੂਜੇ। ਬਿਲਕੁਲ ਬਿਲਕੁਲ। ਮੈਨੂੰ ਫੋਨ ਕੀਤਾ, ਸਪੈਸ਼ਲ ਪੁੱਛਿਆ ਠੀਕ ਆ ਵੀਰੇ, ਨਵੇਂ ਸਾਲ ਦੀਆਂ ਮੁਬਾਰਕਾਂ ਜੀ ਹੋਈਆਂ। ਤੇ ਉਸ ਦਿਨ ਵੀ ਗੱਲ ਹੋਈ ਵੀ ਮੈਂ ਦਿੱਲੀ ਆ, ਮੈਂ ਕਿਹਾ ਤੂੰ ਵਾਪਸ ਕਦੋਂ ਆਉਣਾਗਾ, ਵੀ ਤੇਰਾ ਕੰਮ ਇਹੋ ਜਗ੍ਹਾ ਵੀ ਤੈਨੂੰ ਤਾਂ 1-2 ਦਿਨ ਨਾਲ ਵੀ ਸਰਦਾ ਨਹੀਂ। ਬਿਲਕੁਲ। ਤੇ ਉਸ ਤੋਂ ਬਾਅਦ 3 ਤਰੀਕ ਨੂੰ ਸਾਨੂੰ 9 ਵਜੇ ਕਾਲ ਆਈ ਤੇ ਪਤਾ ਲੱਗਿਆ ਵੀ ਬਾਈ ਪੂਰਾ ਹੋ ਚੁੱਕਿਆ ਹੈਗਾ। ਤੇ ਬਾਕੀ ਤੁਹਾਨੂੰ ਪਤਾ ਹੀ ਹੈ, ਫਿਰ ਤਾਂ ਇੱਕ ਸਡਨਲੀ ਜਿਹੜਾ ਸਦਮਾ ਹੁੰਦਾ ਹੈਗਾ, ਬਿਲਕੁਲ ਬਿਲਕੁਲ, ਉਹ ਬਹੁਤ ਦੁੱਖ ਭਰਿਆ। ਜੀ ਜੀ। ਭੈਣ ਜੀ ਮੈਂ ਤੁਹਾਨੂੰ ਪੁੱਛਾਂਗਾ, ਜਦੋਂ ਘਰੋਂ ਗਏ ਸੀ ਬਾਈ ਸ਼ਮਸ਼ੇਰ ਸਿੰਘ ਹੁਣੀ, ਕੀ ਕਹਿ ਕੇ ਗਏ ਸੀ? ਅਸੀਂ ਕਿੰਨੇ ਦਿਨਾਂ ਲਈ ਚੱਲੇ ਆ, ਕੌਣ ਕੌਣ ਚੱਲੇ ਆ, ਪਿੰਡੋਂ ਕਿਹੜੀ ਤਰੀਕ ਨੂੰ ਗਏ ਸੀ, ਯਾਦ ਹੈ ਕੁਛ? ਹਾਂ ਜੀ, ਘਰੇ ਤਾਂ ਦੱਸ ਕੇ ਨਹੀਂ। ਅੱਛਾ, ਦੱਸਿਆ ਨਹੀਂ ਸੀ ਉਹਨਾਂ ਨੇ? ਉਸ ਦਿਨ ਦੱਸਿਆ ਨਹੀਂ ਜੀ। ਅੱਛਾ। ਡੈਰੀ ਸੰਤਾਂ ਦੀ ਡੈਰੀ ਤੇ ਗਏ ਨਹੀਂ। ਅੱਛਾ। ਡੈਰੀ ਤੇ ਚਲੇ ਗਏ ਸੀ ਇੱਕ ਉੱਥੇ। ਡੈਰੀ ਦਾ ਕੰਮ ਕਰਦੇ ਸੀ ਤੇ ਉੱਥੋਂ ਹੀ ਅੱਗੇ ਚਲੇ ਗਏ ਸੀ। ਹਾਂ। ਉੱਥੋਂ ਜਾ ਕੇ ਫੋਨ ਤੇ ਗੱਲ ਹੋਈ ਹੋਊਗੀ? ਨਹੀਂ, ਫੋਨ ਭੁੱਲ ਗਏ ਜੀ ਡੈਰੀ ਤੇ। ਅੱਛਾ। ਅਸੀਂ ਜਦੋਂ ਇੱਥੇ ਕਾਲ ਕਰੀ ਉੱਥੇ ਚੱਕਿਆ ਨਹੀਂ ਫੋਨ। ਫੋਨ ਡੈਰੀ ਤੇ ਰੱਖ ਗਏ, ਚੱਕਿਆ ਨਹੀਂ। ਅੱਛਾ। ਮੁੰਡੇ ਕੋਲ ਸੀ ਫੋਨ। ਸਾਨੂੰ ਤਾਂ ਮੁੰਡੇ ਨੇ ਆ ਕੇ ਦੱਸਿਆ ਜੀ, ਕਹਿੰਦਾ ਪਾਪਾ ਚਲੇ ਗਿਆ, 3-4 ਦਿਨ ਆਉਣਾ ਨਹੀਂ। ਬਈ ਕੰਮ ਤੋਂ ਹੀ ਉਧਰ ਹੀ ਚਲੇ ਗਏ? ਹਾਂ, ਉਧਰ ਹੀ ਚਲੇ ਗਏ। ਅੰਕਲ ਜੀ, ਤੁਸੀਂ ਵੀ ਦੁੱਧ ਦਾ ਕੰਮ ਹੀ ਕਰ ਰਹੇ ਹੋ, ਜਿਸ ਤਰ੍ਹਾਂ ਸਰਦਾਰ ਸ਼ਮਸ਼ੇਰ ਸਿੰਘ ਸਵਰਗਵਾਸੀ ਉਹ ਕਰ ਰਹੇ ਸੀਗੇ, ਜਿਵੇਂ ਭੈਣ ਜੀ ਹੁਣੀ ਦੱਸ ਰਹੇ ਨੇ ਉਹ ਡੈਰੀ ਤੋਂ ਹੀ ਚਲੇ ਗਏ ਸੀਗੇ। ਕੀ ਸਬੱਬ ਬਣਿਆ ਸੀ? ਤੁਹਾਡੀਆਂ ਤਾਂ ਗੱਲਾਂ ਬਾਤਾਂ ਹੋਈਆਂ ਹੋਣਗੀਆਂ, ਪਤਾ ਲੱਗਿਆ ਹੋਊਗਾ। ਮੈਨੂੰ ਕਹਿੰਦਾ ਸੀ, ਕਹਿੰਦਾ ਮੈਂ ਜਥੇਬੰਦੀ 'ਚ ਜਾਣਾ ਹੈ। ਮੈਂ ਕਿਹਾ ਤੂੰ ਉੱਥੇ ਹੀ ਕਰੇਗਾ ਜੀ। ਕਹਿੰਦਾ ਨਹੀਂ, ਮੈਂ ਤਾਂ ਉੱਥੇ ਜਾ ਕੇ ਜਥੇ ਕਾਨੂੰਨ ਰੱਦ ਕਰਾ ਕੇ ਆਊਂਗਾ, ਉਹਨਾਂ 'ਚ ਕਰਾਂ। ਕਹਿੰਦਾ ਮੈਂ ਆਉਂਦਾ ਨਹੀਂ। ਤੇ ਮੈਨੂੰ ਜਿੱਦਣੇ ਗਿਆ ਮੈਨੂੰ ਦੱਸਿਆ ਨਹੀਂ ਉਹਨੇ ਵੀ ਮੈਂ ਜਾਣਾ। ਸਾਨੂੰ ਕਿਸੇ ਨੂੰ ਨਹੀਂ ਦੱਸਿਆ, ਆਪਣੇ ਮਿੱਤਰ ਯਾਰਾਂ ਨਾਲ ਚੱਲ ਦੱਸਿਆ। ਅੱਛਾ। 6-7 ਦਿਨ ਹੋ ਗਏ ਤੇ ਉਹਨੂੰ ਗਏ ਨੂੰ, ਵਿੱਚ ਦੀ ਪਹਿਲਾਂ ਵੀ ਗਿਆ ਸੀ, ਪਹਿਲਾਂ ਤਾਂ ਮੁੜਿਆ ਆ। ਬਿਲਕੁਲ। ਬਾਅਦ ਦੇ ਵਿੱਚ 6-7 ਦਿਨ ਹੋ ਗਏ ਤੇ 6-7 ਦਿਨਾਂ ਤੋਂ ਬਾਅਦ ਬਸ ਜਦੋਂ ਮੈਂ ਪੁੱਛਿਆ, ਕਾਕੇ ਨੇ ਪੁੱਛਿਆ ਛੋਟੇ ਨੇ ਵੀ ਬੜਾ ਕਿੱਥੇ ਹੈ, ਮੈਂ ਕਿਹਾ ਵੀ ਘਰੇ ਹੋਊਗਾ। ਜੀ ਜੀ। ਇਹ ਕਹਿੰਦਾ ਡੈਡੀ ਵੀ ਉਹ ਹੈ ਨਹੀਂ, ਵੀ ਬੜਾ ਤਾਂ ਚੱਲ ਬਚਿਆ। ਤੇ ਫਿਰ ਮੈਨੂੰ ਹੌਲੀ ਹੌਲੀ ਟੀਵੀਆਂ ਤੇ ਪਤਾ ਲੱਗਣ ਲੱਗਿਆ, ਫਿਰ ਪੱਕਾ ਹੀ ਪਤਾ ਲੱਗ ਗਿਆ, ਮਤਲਬ ਕਿ ਮੈਨੂੰ ਦੱਸ ਕੇ ਨਹੀਂ ਗਿਆ ਸੀ। ਕਹਿੰਦਾ ਮੈਂ ਤਾਂ ਸੇਵਾ ਕਰਨ ਜਾਊਂ, ਬਸ 5-4 ਦਿਨ ਪਹਿਲਾਂ ਦੀ ਗੱਲ ਸੀ। ਬਥੇਰੀ ਵਾਰ ਲਾਇਆ ਉਹ, ਪਰ ਫਿਰ ਵੀ ਉਹਨੂੰ ਲਈ ਗਏ। ਕਹਿੰਦਾ ਮੈਂ ਤਾਂ ਬੱਸ ਤੇ ਆ ਜਾਊਂ। ਉਹ ਕਹਿੰਦੇ ਜ਼ਿਆਦਾ ਇਹਨੂੰ ਬਿਠਾਓ, ਨਾਲ ਹੀ ਬਿਠਾਓ। ਮਤਲਬ ਰੋਕਦੇ ਸੀਗੇ ਵੀ ਤੂੰ ਰਹਿਣ ਦੇ, ਘਰੇ ਕੰਮ ਕਰ। ਹਾਂਜੀ ਹਾਂਜੀ, ਵੀ ਦੁਕਾਨ ਤੇ ਹੀ ਹੋ ਜੂ, ਕਹਿੰਦਾ ਆਪ ਹੀ ਚੱਲੀ ਜਾਊ ਦੁਕਾਨ। ਉੱਥੇ ਜਾ ਕੇ ਭਾਂਡੇ ਭੁੰਡੇ ਬਹੁਤ ਲੰਗਰ ਦੀ ਸੇਵਾ ਕੀਤੀ ਹੈ ਜੀ ਉਹਨੇ ਜਾ ਕੇ। ਅੱਛਾ। ਉਹ ਕਹਿੰਦੇ ਵੀ ਇਹ ਬੰਦਾ ਕਿੱਥੋਂ ਹੈ, ਵੀ ਇਹ ਤਾਂ ਬਹਿੰਦਾ ਹੀ ਨਹੀਂ ਹੈਗਾ। ਬਹੁਤ ਸੇਵਾ ਕੀਤੀ ਹੈ ਜੀ। ਬਸ ਦੁੱਧ ਦਾ ਕੰਮ ਇਹੋ ਜਿਹਾ ਜੀ, ਝਾਥਣ ਸਵੇਰ ਹਾਜ਼ਰੀ ਚਾਹੀਦੀ ਹੈਗੀ। ਮੇਰੇ ਖਿਆਲ ਦੇ ਵਿੱਚ ਕੰਮ ਇੱਕ ਕਿਸਮ ਦਾ ਬੰਦ। ਉਹਨੇ ਤਾਂ ਕਾਸੇ ਦੀ ਪੁੱਛਣਾ ਪਤਾ ਨਹੀਂ। ਕੋਈ ਪਰਵਾਹ ਨਹੀਂ ਕੀਤੀ। ਉਹਨੂੰ ਐਂ ਦੀ ਜੀ ਵੀ ਹੈਗਾ ਕਾਕਾ ਛੋਟਾ ਮੁੰਡਾ ਜੀ, ਜਾਂ ਮੇਰਾ ਡੈਡੀ ਹੈਗਾ। ਮੈਨੂੰ ਤਾਂ ਦੱਸ ਕੇ ਨਹੀਂ ਗਿਆ ਵੀ ਜਦੋਂ ਜਾਣਾ ਸੀ, ਉਹ ਕਾਕਾ ਹੀ ਸਾਂਭਦਾ ਸੀ ਕੰਮ। ਪਤਾ ਨਹੀਂ ਵੀ ਸਾਂਭ ਜੂਗਾ। ਚਲ ਮੈਂ ਕਿਹਾ ਭਾਈ ਤੇਰੀ ਮਰਜ਼ੀ, ਜਾਣਾ ਜਾਇਆ ਹੀ। ਖੇਤੀਬਾੜੀ ਕਰਦੇ ਹੋ ਜੀ ਤੁਸੀਂ? ਖੇਤੀਬਾੜੀ ਕਰਦੇ ਹੋ, ਜਿਸ ਤਰ੍ਹਾਂ ਘਰ ਦੇ ਵਿੱਚ ਪਸ਼ੂ ਡੰਗਰ ਰੱਖੇ ਹੋਏ ਆ, ਇਸ ਤੋਂ ਬਿਨਾਂ ਖੇਤੀ ਹੈ? ਹਾਂ ਜੀ, ਖੇਤੀ ਜ਼ਮੀਨ ਹੈ ਜੀ, ਬਿੱਗਾ ਕੁ ਬਸ। 1 ਬਿੱਗਾ ਜ਼ਮੀਨ ਆ? ਬਿੱਗਾ ਉਹ ਵੀ ਮਤਲਬ ਸਟੇਡੀ ਦੀ ਜ਼ਮੀਨ ਆ, ਗੌਰਮੈਂਟ ਦੀ। ਅੱਛਾ। ਗੱਦੀ ਜ਼ਮੀਨ ਜੀ। ਮਤਲਬ ਫਿਰ ਵੀ ਕਿਸਾਨੀ ਲਈ ਜਿਹੜਾ ਦਰਦ ਆ ਅੰਦਰੋਂ, ਉਹ ਪੂਰਾ ਇਸ ਕਰਕੇ ਹੀ ਸ਼ਮਸ਼ੇਰ ਸਿੰਘ ਤੁਰਿਆ ਘਰੋਂ। ਤੁਰਿਆ ਜੀ। ਹਾਂ ਜੀ, ਉਹ ਤਾਂ ਪਹਿਲਾਂ ਬਹੁਤ ਜਿੱਦਣ ਦਾ ਚੱਲਦਾ ਉਦਣ ਦੇ ਵੀ ਇੱਥੇ ਜਾਂਦਾ ਰਿਹਾ ਜੀ। ਜਥੇਬੰਦੀਆਂ ਸੰਗਰੂਰ ਵੀ ਜਾਂਦਾ ਰਿਹਾ, ਚਾਹੇ 2 ਘੰਟੇ ਹੀ ਜਾਂਦਾ ਸੀ, ਜਾਂਦਾ ਹੁੰਦਾ ਸੀ ਉਹ। ਅੱਛਾ। ਬਾਈ ਜੀ, ਜਦੋਂ ਬਾਈ ਹੁਣੀ ਚੜ੍ਹਾਈ ਕਰਦੇ ਨੇ ਉੱਥੇ ਕਿਸਾਨ ਸੰਘਰਸ਼ ਦੇ ਵਿੱਚ, ਮੇਰਾ ਖਿਆਲ ਸਟਾਲਨਵੀਰ ਤੁਹਾਡੇ ਪਿੰਡ ਤੋਂ ਨੇ, ਬਾਈ ਹੁਣਾਂ ਦਾ ਤੁਹਾਨੂੰ ਫੋਨ ਆਉਂਦਾ ਗਾ, ਕਿਵੇਂ ਹੁੰਦੀ ਹੈ ਗੱਲਬਾਤ? ਉਹ ਥੋੜਾ ਜਿਹਾ ਦੱਸੋ, ਆਪਾਂ ਦਰਸ਼ਕਾਂ ਨੂੰ ਦੱਸੀਏ ਵੀ ਜਦੋਂ ਸਭ ਤੋਂ ਪਹਿਲਾਂ ਤੁਹਾਨੂੰ ਫੋਨ ਆਉਂਦਾ, ਮੇਰਾ ਖਿਆਲ। ਹਾਂਜੀ ਵੀਰ ਜੀ, ਮੈਨੂੰ ਵੀ ਜਿਵੇਂ ਦੱਸਿਆ ਇਹਨਾਂ ਨੇ, ਮੈਨੂੰ ਵੀ ਇਹ ਪਤਾ ਨਹੀਂ ਸੀਗਾ ਵੀ ਉਹ ਦਿੱਲੀ ਗਿਆ ਹੋਇਆ। ਤੇ ਮੈਂ ਡੈਡੀ ਨੂੰ ਫੋਨ ਆਇਆ ਮੇਰੇ ਕੋਲੇ, ਮੈਨੂੰ ਮੈਂ 9 ਵਜੇ ਮੇਰੇ ਕੋਲੇ ਫੋਨ ਆ ਗਿਆ ਸੀ ਜੀ।
ਉਹ ਮੈਂ ਉਹਨਾਂ ਨੂੰ ਫੋਨ ਤੇ ਇਹੀ ਗੱਲ ਕਹਿ ਰਿਹਾ, ਮੈਂ ਕਿਹਾ ਵੀਰ ਕਿਉਂ ਯਾਰ ਮਜ਼ਾਕ ਕਰਦੇ ਹੋ, ਮਾਰਨਿੰਗ ਟਾਈਮ ਉੱਠੇ ਵੀ ਨਹੀਂ ਤੁਸੀਂ ਮਜ਼ਾਕ ਕਰਦੇ ਹੋ, ਜੇ ਤਾਂ ਮਜ਼ਾਕ ਹੈ ਵੱਖਰੀ। ਤੇ ਸਰਦਾਰ ਦਰਸ਼ਨ ਸਿੰਘ ਜੀ ਨੇ ਡਕੌਂਦਾ ਉਹਦੇ ਜਥੇਬੰਦੀ ਚੋਂ ਪ੍ਰਧਾਨ ਨੇ ਜੀ ਜੀ, ਉਹਨਾਂ ਦੇ ਕਲਾਸ ਫੈਲੋ ਵੀ ਸੀਗੇ, ਉਹਨਾਂ ਦੇ ਕੋਲ ਵੀ ਸੀਗੇ, ਉੱਥੇ ਸੇਵਾ ਕਰ ਰਹੇ ਸੀ ਉਦੋਂ। ਤੇ ਉਹਨਾਂ ਦੀ ਗੱਲ ਹੋਈ ਮੇਰੇ ਨਾਲ, ਕਹਿੰਦੇ ਵੀਰੇ ਸ਼ਮਸ਼ੇਰ ਸਿੰਘ ਨਹੀਂ ਰਿਹਾ ਵੀਰੇ, ਕਹਿੰਦਾ ਜੀ। ਪਰ ਬਲੀਵ ਦੀ ਗੱਲ ਜਿਹੜੀ ਹੁੰਦੀ ਹੈਗੀ ਆਪਾਂ ਨਹੀਂ ਬਲੀਵ ਕਰਦੇ, ਕਿਉਂਕਿ ਜੇ ਤਾਂ ਮੈਂਟਲੀ ਪ੍ਰਪੇਅਰ ਹੁੰਨੇ ਆਪਾਂ ਵੀ ਯਾਰ ਬਿਮਾਰ ਸੀ, ਬਿਲਕੁਲ ਬਿਲਕੁਲ, ਉਹਦੇ ਲਈ ਆਪਾਂ ਤਿਆਰ ਹੁੰਨੇ ਆ ਵੀ ਸ਼ਾਇਦ ਹਾਦਸਾ ਹੋ ਨਾ ਜਾਵੇ। ਹਾਦਸਾ ਹੋ ਸਕਦਾ। ਜਦੋਂ ਉਹਨਾਂ ਦੀ ਕਾਲ ਆਈ ਤੇ ਮੈਂ ਕਿਹਾ ਵੀਰੇ ਕਿਉਂ ਮਜ਼ਾਕ ਕਰਦੇ ਹੋ, ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਯਾਰ ਮੈਂ ਦਰਸ਼ਨ ਸਿੰਘ ਬੋਲਦਾ ਜੀ ਸਰ, ਮੈਂ ਤੁਹਾਨੂੰ ਵੀ ਚੰਗੀ ਤਰ੍ਹਾਂ ਜਾਣਦਾ ਵੀਰੇ, ਆਪਣਾ ਵੀਰ ਨਹੀਂ ਰਿਹਾ। ਪਰ ਵੀਰ ਜੀ ਫਿਰ ਵੀ ਹਰ ਇੱਕ ਦਿਮਾਗ 'ਚ ਇਹ ਤੀ ਵੀ ਨਹੀਂ ਯਾਰ ਇਹ ਤਾਂ ਇਹ ਹੋ ਹੀ ਨਹੀਂ ਸਕਦਾ, ਪੋਸੀਬਲ ਹੀ ਨਹੀਂ ਹੈਗਾ। ਮੈਨੇ ਦੁਬਾਰਾ ਕਾਲ ਕੀਤੀ, ਜਿਹੜੇ ਉਹਦੇ ਫਰੈਂਡ ਸੀ ਨਾਲ ਗਏ ਹੋਏ, ਬਸ ਮੈਂ ਉਹਨਾਂ ਨੂੰ ਕਾਲ ਲਗਾਈ, ਮੈਂ ਇੱਕ ਗੱਲ ਹੀ ਪੁੱਛੀ, ਮੈਂ ਕਿਹਾ ਉਹਦੇ ਜਿਹੜੇ ਦੋਸਤ ਸੀ, ਮੈਂ ਕਿਹਾ ਵੀਰ ਜੀ ਮੈਨੂੰ ਐਂ ਦੱਸ ਦਿਓ ਵੀ ਵੀਰਾ ਹੈਗਾ ਕਿ ਨਹੀਂ ਹੈਗਾ। ਬਸ ਉਹਨਾਂ ਨੇ ਵੀ ਇੱਕ ਗੱਲ ਜੀ ਕਹੀ ਵੀ ਨਹੀਂ ਵੀਰਾ ਆਪਾਂ ਨੂੰ ਛੱਡ ਕੇ ਚਲਾ ਗਿਆ। ਤੇ ਫਿਰ ਉਸ ਦਿਨ ਤਾਂ ਇਹ ਮੰਨ ਕੇ ਚੱਲੋ ਵੀਰ ਜੀ, ਮੇਰੇ ਲਈ ਇਹ ਮੁਸ਼ਕਲ ਸੀਗਾ ਵੀ ਮੈਂ ਘਰੇ ਵੀ ਨਾ ਪਤਾ ਲੱਗਣ ਦੇਵਾਂ। ਬਿਲਕੁਲ। ਤੇ ਵੀ ਇਹਨਾਂ ਨੂੰ ਚਲੋ ਇੱਕ ਦਿਨ ਲਈ, ਕਿਉਂਕਿ ਉਸ ਦਿਨ ਤਾਂ ਪੋਸੀਬਲ ਹੀ ਨਹੀਂ ਗੱਲ ਹੋਈ ਮੇਰੀ ਸਟਾਲਨ ਵੀਰ ਨਾਲ। ਸਟਾਲਨ ਵੀਰ ਕਹਿੰਦਾ ਵੀਰੇ ਕਹਿੰਦਾ ਮੈਂ ਨਾਲ ਹੀ ਆ ਜੀ। ਮੇਰੀ ਗੱਲ ਹੋਈ ਵੀ ਮੈਂ ਆਵਾਂ, ਕਹਿੰਦਾ ਨਹੀਂ ਤੁਸੀਂ ਆਉਣਾ ਨਹੀਂ, ਮੈਂ ਹੈਗਾ। ਜਦੋਂ ਤੁਹਾਡੇ ਮੇਰਾ ਵੀ ਭਾਈ ਹੈ, ਉਹ ਵੀ ਕਹਿੰਦੇ ਦਰਸ਼ਨ ਸਿੰਘ ਜੀ ਕਹਿੰਦੇ ਕਰਮ ਸਿੰਘ ਜੀ ਸੀਗੇ ਜੀ, ਗੱਲ ਹੋਈ ਜਿਨ੍ਹਾਂ ਨਾਲ ਜਥੇਬੰਦੀ ਵਾਲੇ, ਉਹ ਕਹਿੰਦੇ ਸਰ ਤੁਹਾਨੂੰ ਆਉਣ ਦੀ ਲੋੜ ਨਹੀਂ, ਤੁਸੀਂ ਘਰੇ ਬੈਠੋ। ਵੀ ਬਸ ਜੋ ਮੈਂ ਉਸ ਦਿਨ ਵੀਰ ਜੀ ਕੋਸ਼ਿਸ਼ ਪੂਰੀ ਕੀਤੀ ਵੀ ਇਹਨਾਂ ਨੂੰ ਪਤਾ ਨਾ ਲੱਗਣਾ ਦਿੱਤਾ ਵੀ ਭਾਬੀ ਨੂੰ ਤਾਂ ਮੈਂ ਉਸ ਦਿਨ ਨਹੀਂ ਪਤਾ ਲੱਗਣਾ। ਮੰਮੀ ਨੂੰ ਵੀ ਡੈਡੀ ਨੂੰ ਚਲੋ ਪਤਾ ਲੱਗ ਹੀ ਚੁੱਕਿਆ ਸੀਗਾ। ਉਸ ਦਿਨ ਪੋਸਟਮਾਰਟਮ ਤੋਂ ਬਾਅਦ ਜਦੋਂ ਸੰਗਰੂਰ ਲੈ ਕੇ ਆਏ, ਫਿਰ ਡੈਡ ਬੋਡੀ ਉੱਥੇ ਸੰਗਰੂਰ ਰੱਖੀ ਇੱਕ ਰਾਤ ਵੀ ਚਲੋ ਰਾਤ ਗੁਜ਼ਰ ਜੇ। ਫਿਰ ਅਗਲੇ ਦਿਨ ਜੋ ਜਥੇਬੰਦੀ ਦਾ ਜਿਸ ਤਰ੍ਹਾਂ ਹੁੰਦਾ ਗਾ, ਉਸ ਤੋਂ ਬਾਅਦ ਉਹਨਾਂ ਦਾ ਸੰਸਕਾਰ ਕੀਤਾ ਗਿਆ ਜੀ। ਭੈਣੇ ਕਿੰਨੇ ਬੱਚੇ ਨੇ ਤੁਹਾਡੇ? ਸ਼ਮਸ਼ੇਰ ਸਿੰਘ ਦੇ ਬਾਲ ਬੱਚੇ ਕੀ ਨੇ? 2 ਬੇਟੇ ਨੇ, 1 ਬੇਟੀ। ਕੀ ਕਰਦੇ ਨੇ ਬੱਚੇ? ਪੜ੍ਹਦੇ ਨੇ ਜੀ। ਕਿਹੜੀ ਕਲਾਸ ਚ ਪੜ੍ਹਦੇ ਨੇ? ਵੱਡਾ ਤਾਂ 12ਵੀਂ ਕਰ ਗਿਆ ਜੀ, ਇੱਕ ਪੇਪਰ 'ਚ ਰਹਿ ਗਿਆ ਸੀ। ਅੱਛਾ। ਛੋਟਾ 12ਵੀਂ ਤਾਂ ਜੀ, ਗੁੱਡੀ ATT ਕਰ ਰਹੀ। ਅੱਛਾ। ਪਰਿਵਾਰ ਦਾ ਜਿਹੜਾ ਹੋਰ ਖਰਚਾ ਫਿਰ ਕਿਵੇਂ ਚੱਲਦਾ ਗਾ? ਜਿਵੇਂ ਉਹ ਦੁੱਧ ਦਾ ਕੰਮ ਕਰਦੇ ਸੀ, ਇਹੀ ਕੰਮ ਆ ਸਾਰਾ? ਹਾਂ ਜੀ, ਦੁੱਧ ਦਾ ਹੀ ਕੰਮ ਚੱਲ ਰਿਹਾ। ਮਾਤਾ, ਜਦੋਂ ਪੁੱਤ ਤੇਰਾ ਗਿਆ ਸੀ ਉਸ ਤੋਂ ਪਹਿਲਾਂ ਕਿੱਦਣ ਗੱਲ ਕੀਤੀ ਸੀਗੀ ਉਹਦੇ ਨਾਲ? ਮੁੰਡੇ ਕੋਈ ਨਹੀਂ, ਉਹਦੀ ਗੱਲ ਕਰੀ ਸੀ, ਕਹਿੰਦਾ ਵੀਰੇ ਨੂੰ ਕਹਿੰਦਾ ਗੱਡੀ ਪੁੱਟੀ ਲੈ ਲਾਂਗਾ। ਮੈਂ ਨਹੀਂ ਗੱਲ ਕਰੀ, ਨਹੀਂ ਗੱਲ ਹੋਈ ਸੀ। ਮੈਂ ਇਸੇ ਦੇ ਦੁੱਖ ਚ ਲੱਗੀ। ਪਹਿਲਾਂ ਤੁਸੀਂ ਵੀਰ ਹੋਣਾ ਵੱਲੋਂ ਉਧਰ ਹੁੰਦੇ ਸੀਗੇ, ਇੱਥੇ ਦੀ ਇਹਦੇ ਛੱਟਾਂ ਵੱਜੀਆਂ, ਤਾਂ ਕਰਕੇ ਉਧਰ ਜਾਣਾ ਪੈ ਗਿਆ। ਉੱਧਰ ਜਾਣਾ। ਕਹਿੰਦੇ ਮੁੰਡੇ ਦੇ ਛੱਟਾਂ ਵੱਜੀਆਂ, ਮੈਨੂੰ ਭੱਜਣਾ ਪਿਆ, ਮੈਨੂੰ ਛੱਡਿਆ। ਕਹਿੰਦਾ ਤੂੰ ਇਹਦੇ ਲਵੇ ਰਹਿ, ਮੇਰੇ ਕੋਲ ਬੈਠੀ। ਅੱਛਾ, ਸ਼ਮਸ਼ੇਰ ਸਿੰਘ ਹੁਣੀ ਉਧਰ ਤੁਹਾਨੂੰ? ਠੀਕ ਹੈ। ਮੈਨੂੰ ਤਾਂ ਕਹਿੰਦੀ ਕਿ ਮਾਂ ਤੂੰ ਮੈਂ ਕੱਟ ਲਈ, ਮਾਂ ਤੂੰ ਕੋਈ ਗੱਲ ਨਹੀਂ ਕਰਦੀ। 8 ਦਿਨ ਪਹਿਲੇ ਹੀ ਮੈਂ ਤੇਰਾ ਕਰੀਬ ਤਾਂ ਇਹ ਵੀ ਚੱਲ ਕੋਈ ਨਾ, ਦੁਨੀਆ ਬੈਠੀ ਹੈ। ਬਿਲਕੁਲ। ਕਦੇ ਸੋਚਿਆ ਵੀ ਨਹੀਂ ਹੋਣਾ ਵੀ ਐਂ ਕਿਸਾਨ ਸੰਘਰਸ਼ ਆਊਗਾ, ਉਹਦੇ ਵਿੱਚ ਪੁੱਤ ਦਿੱਲੀ ਜਾਊ, ਉੱਥੇ ਜਾ ਕੇ ਚੜ੍ਹਾਈ ਕਰ ਜਾਊਗਾ? ਰਾਤ ਨਹੀਂ ਕਰਦਾ, ਘਰੋਂ ਬਾਹਰ ਨਹੀਂ ਸੀ ਰਹਿੰਦਾ ਪਹਿਲਾਂ? ਰਹਿੰਦਾ ਤਾਂ ਹੈਗਾ ਤੇ ਨਹੀਂ ਕਦੇ ਇੰਨੇ ਦਿਨ ਰਿਹਾ। ਅੱਛਾ। ਅੰਕਲ ਜੀ, ਜਿਵੇਂ ਮਾਤਾ ਹੁਣੀ ਦੱਸ ਰਹੇ ਆ ਵੀ ਬਹੁਤ ਘੱਟ ਜਾਣਾ ਆਉਣਾ ਸੀ ਉਹਦਾ, ਕੰਮ ਵੀ ਮੇਰਾ ਖਿਆਲ ਇਦਾਂ ਦਾ ਹੀ ਆ ਜਿਹੜਾ ਘਰ ਦੇ ਵਿੱਚ ਹਾਜ਼ਰੀ ਭਾਲਦਾ ਸੀਗਾ। ਕੰਮ ਕਦੋਂ ਤੋਂ ਚੱਕ ਲਿਆ ਸੀ ਤੁਹਾਡੇ ਵਾਲਾ ਉਹਨਾਂ ਨੇ? ਉਹ ਤਾਂ ਜੀ ਦੁੱਧ ਦਾ ਕੰਮ ਤਾਂ ਪਹਿਲਾਂ ਉਸੇ ਨਹੀਂ ਸੰਭਾਲਿਆ ਸਾਰਾ ਕੁਝ, ਪਹਿਲਾਂ ਉਹ ਲੱਕੜੀ ਦਾ ਕੰਮ ਕਰਦਾ। ਅੱਛਾ। ਮੇਰਾ ਐਕਸੀਡੈਂਟ ਹੋ ਗਿਆ, ਇਹ ਕਾਕਾ ਪੜ੍ਹਦਾ ਸੀ ਜੀ ਜੀ, ਉਹੀ ਫੀਸ ਫੂਸ ਭਰਦਾ ਰਿਹਾ ਇਹਦੀ। ਇਹ ਕਹਿੰਦਾ ਸੀ ਮੈਂ ਤਾਂ ਪੜ੍ਹਨਾ ਨਹੀਂ, ਉਹ ਕਹਿੰਦਾ ਤੂੰ ਪੜ੍ਹ, ਮੈਂ ਪੜ੍ਹਾਊਂ ਤੈਨੂੰ। ਅੱਛਾ, ਬਾਈ ਜੀ ਹੁਣਾਂ ਨੂੰ ਉਹਨਾਂ ਨੇ ਪੜ੍ਹਾਇਆਗਾ? ਉਹਨਾਂ ਨੇ ਪੜ੍ਹਾਇਆ, ਦੁੱਧ ਦਾ ਵੀ ਕੰਮ ਉਹਨਾਂ ਨੇ ਸਾਂਭਿਆ। ਆਹ ਹੁਣ ਆ ਕੇ ਮਤਲਬ ਆਪੋ ਆਪਦੇ ਘਰਾਂ ਦੇ ਹੋ ਗਏ ਤੇ ਮੈਂ ਆਪਣਾ ਕੰਮ ਕਰਦਾ ਸੀ। ਹੈਗਾ ਤਾਂ ਮੈਂ ਵੈਸੇ ਨਾਲ ਹੀ ਸੀ ਜੀ ਜੀ ਜੀ,
ਬਸ ਇੱਕ ਐਂ ਦੀ ਵੀ ਹਾਂ ਮੈਂ ਅੱਡ ਕਰਦਾ ਦਿੰਦਾ ਲੈਂਦਾ ਇਹਨਾਂ ਨੂੰ ਕੀ ਬਸ ਉਹ ਕੰਮ 'ਚ ਹੀ ਰੱਖਦਾ ਸੀ ਧਿਆਨ। ਉਰੇ ਵੀ ਨਹੀਂ ਘਰੇ ਵੀ ਘੱਟ ਬਹਿੰਦਾ ਸੀ, ਬਸ ਕਹਿੰਦਾ ਮੈਂ ਦੁਕਾਨ ਤੇ ਜਾਣਾ ਛੇਤੀ ਜੀ। ਤੇ ਬਹੁਤ ਸਾਧ ਬੰਦਾ ਸੀ, ਬਹੁਤ ਸੁਭਾਅ ਦਾ ਚੰਗਾ ਸੀ। ਮੇਰੇ ਮੂਹਰੇ ਨਹੀਂ ਕਦੇ ਬੋਲਿਆ ਸੀ ਉਹ। ਅੱਛਾ। ਐਡਾ ਹੋ ਗਿਆ ਸੀ ਉਹ, ਕਦੇ ਨਹੀਂ। ਜੇ ਕੋਈ ਮੈਂ ਕਹਿੰਦਾ ਥੱਪੜ ਮਾਰੂ ਕਹਿੰਦਾ ਹੋਰ ਮਾਰ ਲੈਂਦਾ ਆਪਾਂ, ਮੈਂ ਰੋਣ ਲੱਗ ਜਾਣਾ। ਜਾਣੀ 200 ਕੱਟਿਆ ਉਹਨੇ ਸਾਡੇ ਨਾਲ ਬਹੁਤ। ਵੀ ਤਾਂ ਛੋਟਾ ਸੀ ਤਰ੍ਹਾਂ ਜੀ, ਉਹਨੇ ਕੱਟਿਆ ਜਾਣੀ ਜੀ। ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜਿਆ ਉਹਨਾਂ ਦਿਨਾਂ 'ਚ। ਖੇਤੀ ਵੀ ਕੀਤੀ ਹੈ, ਦੁੱਧ ਦਾ ਵੀ ਕੰਮ ਕਰਨਾ, ਮੈਂ ਦੁੱਧ ਪਾਉਣ ਵਗ ਜਾਣਾ। ਅੱਛਾ। ਉਹ ਖੇਤੀਬਾੜੀ ਦਾ ਕਰਦਾ ਹੁੰਦਾ। ਉਦੋਂ ਸਾਡੀ ਠੇਕੇ ਠੂਕੇ ਤੇ ਲੈਤੀ ਸੀ ਜੀ ਜੀ। ਹੁਣ ਤਾਂ ਉਹ ਸਭ ਛੁੱਟ ਗਈਆਂ, 1 ਬਿੱਘਾ ਹੈ, 1.25 ਬਿੱਘਾ ਬਸ। ਅੱਛਾ। ਮੈਂ 1 ਸਾਲ ਪਿਆ ਰਿਹਾ ਜੀ, ਐਕਸੀਡੈਂਟ ਹੋ ਗਿਆ ਜੀ ਜੀ। ਹਾਂ, ਫਿਰ ਉਸੇ ਨਹੀਂ ਕੰਮ ਥਾਮਿਆ ਸੀ, ਉਸੇ ਨੂੰ ਸੰਭਾਲਤਾ ਸੀ ਮੈਂ। ਤਾਂ ਮੈਂ ਹੁਣ ਠੀਕ ਠਾਕ ਹੋ ਗਿਆ। ਮੈਂ ਕਿਹਾ ਤੂੰ ਕਹਿੰਦਾ ਮੈਂ ਡੈਰੀ ਕਰਨੀ ਆ, ਮੈਂ ਡੈਰੀ ਕਰ ਲੈ ਜੀ। ਫਿਰ ਵੀ ਮੈਂ ਉਹਨੂੰ ਨਾਲ ਮਦਦ ਕਰਾਉਂਦੀ ਰਿਹਾ। ਇਹਦਾ ਵੀ ਭਾਈ ਦਾ ਵੀ ਹੱਥ ਸੀ ਉਹਦੇ ਨਾਲ, ਵਧੀਆ ਵਧੀਆ ਮੇਲ ਜੋਲ ਸੀ ਇਹਨਾਂ ਦਾ, ਭਰਾਵਾਂ ਦਾ ਕੋਈ ਇੰਨਾ ਉਹ ਨਹੀਂ ਸੀ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਅੰਕਲ ਜੀ ਉਹਨਾਂ ਨੇ ਦੱਸਿਆ ਕਿ ਖੇਤੀਬਾੜੀ ਕੋਈ ਬਹੁਤੀ ਨਹੀਂ ਹੈ, ਨਹੀਂ ਹੈ ਹੀ ਨਹੀਂ ਹੈ, ਅਸਲ ਦੇ ਵਿੱਚ ਖੇਤੀਬਾੜੀ ਹੈ ਹੀ ਨਹੀਂ ਹੈ। ਫਿਰ ਵੀ ਸ਼ਮਸ਼ੇਰ ਸਿੰਘ ਦੇ ਮਨ ਦੇ ਵਿੱਚ ਤੁਸੀਂ ਵੇਖੋ ਕਿੱਡੀ ਵੱਡੀ ਭਾਵਨਾ ਸੀ ਕਿ ਮੈਂ ਦਿੱਲੀ ਜਾਵਾਂ। ਜਿਹੜਾ ਤੁਸੀਂ ਦੱਸ ਰਹੇ ਹੋ ਅੰਕਲ ਜੀ, ਇੱਥੇ ਸੰਗਰੂਰ ਦੇ ਵਿੱਚ ਧਰਨਾ ਲੱਗਦਾ ਹੁੰਦਾ ਸੀ, ਉੱਥੇ ਵੀ ਜਾਂਦੇ ਹੀ ਰਹਿੰਦੇ? ਹਾਂ, ਜਾਂਦਾ ਹੁੰਦਾ ਸੀ। ਅੱਛਾ। ਹਾਂ, ਉੱਥੇ ਕੋਲ ਦੁਕਾਨ ਦੇ ਲਵੇ ਵਗ ਜਾਂਦਾ ਹੁੰਦਾ ਸੀ, ਹੱਥ ਨਹੀਂ ਆਉਂਦਾ ਹੁੰਦਾ। ਜੀ ਜੀ। ਹਾਂ, ਮਤਲਬ ਤੁਹਾਡੇ ਨਾਲ ਵੀ ਗੱਲਾਂ ਕਰਦੇ ਰਹਿੰਦੇ ਹੋਣਗੇ ਸ਼ਮਸ਼ੇਰ ਸਿੰਘ ਹੁਣੀ ਵੀ ਕਿਸਾਨੀ ਸੰਘਰਸ਼ ਆ ਜਿਹੜਾ ਆਪਾਂ ਖੜੇ ਆਂਗੇ, ਜਾਣਾਗਾ, ਦੁੱਧ ਲੈ ਕੇ ਜਾਣਾ ਜਾਂ ਹਾਜ਼ਰੀ ਦੇਣੀ ਆ। ਜਿਵੇਂ ਤੁਸੀਂ ਦੱਸਦੇ ਹੋ ਦਿੱਲੀ ਤੋਂ ਵੀ ਪਤਾ ਲੱਗਿਆ ਸੀ ਵੀ ਸੇਵਾ ਬਹੁਤ ਕਰਦਾ ਸੀ ਉੱਥੇ। ਹਾਂਜੀ ਹਾਂਜੀ, ਦਿੱਲੀ ਤੋਂ ਵੀ ਪਤਾ ਹੈ ਜੀ। ਇੱਥੇ ਵੀ ਮੈਨੂੰ ਕਈ ਵਾਰੀ ਕਿਹਾ ਉਹਨੇ ਵੀ ਮੈਂ ਤਾਂ ਦਿੱਲੀ ਜਾਊਂ। ਅੱਛਾ। ਮੈਂ ਕਿਹਾ ਤੂੰ ਉੱਥੇ ਹੀ ਕਰੇਗਾ, ਦੁਕਾਨ ਕੌਣ ਚਲਾਊ? ਕਹਿੰਦਾ ਦੁਕਾਨ ਆਪੀ ਹੈਗਾ, ਅਰਸਰ ਆਪੀ ਚਲਾ ਲੂ। ਇੱਕ ਇਹਦਾ ਯਾਰ ਦੋਸਤ ਸੀ ਹੋਰ, ਉਹਦਾ ਬਹੁਤ ਵੱਡਾ ਹੱਥ ਸੀ ਉਹਦੇ ਨਾਲ, ਉਹਦੇ ਮਦਦਗਾਰ ਬਹੁਤ ਬੰਦਾ ਸੀ ਜੀ ਜੀ। ਉਹ ਵੀ, ਉਹਨੇ ਵੀ ਕਿਹਾ ਵੀ ਤੂੰ ਸ਼ੇਰਾ ਕੀ ਕਰੇਗਾ, ਤੂੰ ਰਹਿਣ ਦੇ। ਕਹਿੰਦਾ ਮੈਂ ਫਿਰ ਬੱਸ ਤੇ ਆ ਜਾਊਗਾ, ਤੁਸੀਂ ਨਾਂ ਲੈ ਕੇ ਜਾਓ ਜੀ। ਉਹ ਬੱਸ ਫਿਰ ਉਹਨੇ ਕਹਿੰਦਾ ਕਰੇ ਚੜਾਓ ਇਹਨੂੰ ਜੀ, ਨਾਲ ਹੀ ਲੈ ਗਏ। ਫਿਰ 6-7 ਦਿਨ ਹੋ ਗਏ ਤੇ ਬਸ 6-7 ਦਿਨਾਂ ਬਾਅਦ ਆ ਸਾਨੂੰ ਸੁਨੇਹਾ ਆ ਗਿਆ। ਬਸ ਮੈਂ ਨਾ ਵਿਸ਼ਵਾਸ ਕੀਤਾ, ਮੈਂ ਹਾਂ ਇਹ ਤਾਂ ਗੱਲ ਹੀ ਨਹੀਂ ਹੈਗੀ। ਚੰਗਾ ਭਲਾ ਗਿਆ, ਚੰਗਾ ਭਲਾ ਗਿਆ ਜੀ। ਉਦੋਂ ਸਵੇਰੇ ਪੱਗ ਬੰਨ੍ਹ ਕੇ ਜਾਂਦਾ, ਇੱਥੋਂ ਪੱਗ ਬੰਨ੍ਹ ਕੇ ਖੜ ਜਾਂਦਾ ਬਾਹਰ। ਮੈਂ ਕਿਹਾ ਹਾਂ ਹੁਣ ਲੱਗਦਾ ਤੂੰ ਸਰਦਾਰ। ਬਹੁਤ ਮੈਂ ਤੂੰ ਪੱਗ ਬੰਨ੍ਹੇਗਾ, ਰੋਡਾ ਨਾ ਜਾਏ ਜੀ। ਇੰਨੀ ਗੱਲ ਬਸ ਮੇਰੇ ਨਾਲ ਕਰਦਾ। ਮੈਂ ਕਹਿੰਦਾ ਚਾਹ ਪੀ ਲੈ ਜੀ। ਮੈਂ ਤਾਂ ਪੀ ਲਈ ਬਸ। ਮੋਟਰਸਾਈਕਲ ਚੱਕਦਾ ਵਗ ਜਾਂਦਾ ਬਸ, ਜਾਂ ਆਪਦੀ ਮਾਂ ਨੂੰ ਮਿਲ ਜਾਣਾ ਮਾੜਾ ਮੋਟਾ ਜੀ। ਜੇ ਉਹਦਾ ਮੂਡ ਹੁੰਦਾ ਤਾਂ। ਬਾਈ ਜੀ ਉਹਨਾਂ ਦੇ ਚੜ੍ਹਾਈ ਕਰਨ ਦੇ ਕੀ ਕਾਰਨ ਬਣੇ? ਕੁਛ ਉੱਥੋਂ ਪਤਾ ਲੱਗਿਆ ਹੋਊ ਦਿੱਲੀ ਤੋਂ, ਸਟਾਲਨ ਵੀਰ ਉਹਨਾਂ ਨੇ ਉੱਥੇ ਮੌਕੇ ਤੇ ਸੀਗੇ, ਦੱਸਿਆ ਹੋਊਗਾ। ਹਾਂਜੀ ਵੀਰ ਜੀ, ਉੱਥੇ ਜਿਹੜੀ ਬਾਕੀ ਤਾਂ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਲਿਖਿਆ ਆ। ਜੀ ਜੀ। ਬਾਕੀ ਸਟਾਲਨ ਵੀਰ ਹੁਣੀ ਵੀ ਦੱਸਦੇ ਨੇ ਜੀ ਜੀ ਵੀ ਸਵੇਰੇ ਚਾਹ ਪੀਣ ਤੋਂ ਬਾਅਦ ਕਹਿੰਦਾ ਵੀ ਮੇਰੀ ਯਾਰ ਛਾਤੀ 'ਚ ਦਰਦ ਹੋਣ ਲੱਗ ਗਿਆ ਇੱਕਦਮ। ਕਹਿੰਦਾ ਉਹ ਯੂਕੇ ਵਾਲਿਆਂ ਦੇ ਨਾਲ ਹੀ ਆ ਸਾਈਡ ਫਸਟ ਏਡ ਉੱਥੇ ਜੀ। ਉਹ ਉਹਨਾਂ ਨੇ ਫਸਟ ਏਡ ਦਵਾਈ, ਉਹ ਕਹਿੰਦੇ ਵੀ ਸਰ ਬੀਪੀ ਬਹੁਤ ਜ਼ਿਆਦਾ ਹਾਈ ਹੈ, ਇਹਨੂੰ ਸ਼ਾਇਦ ਅਟੈਕ ਆਇਆ ਹੋਇਆ। ਅੱਛਾ। ਉਹਨਾਂ ਨੇ ਜੀਭ ਥੱਲੇ ਗੋਲੀ ਵਗੈਰਾ ਰੱਖਤੀ, ਜੋ ਹੁੰਦਾ ਉਹਨਾਂ ਦੀ ਫਸਟ ਏਡ ਵਗੈਰਾ, ਵੀ ਇਹਨੂੰ ਲੈ ਜਾਓ ਸਡਨਲੀ, ਬਹੁਤ ਜਲਦੀ ਲੈ ਕੇ ਜਾਓ। ਜੀ ਜੀ। ਉਹ ਕਹਿੰਦੇ ਅਸੀਂ ਗੱਡੀ 'ਚ ਪਾਇਆ। ਗੱਡੀ 'ਚ ਪਾਉਣ ਤੋਂ ਬਾਅਦ 50 ਕਦਮ ਮੁਸ਼ਕਲ ਨਾਲ ਗੱਡੀ ਗਈ ਹੋਣੀ, 50 ਗਜ਼। ਜੀ ਜੀ ਜੀ। ਕਹਿੰਦਾ ਉਸ ਤੋਂ ਬਾਅਦ ਕਹਿੰਦਾ ਵੀ ਮੈਨੂੰ ਵੀਰੇ ਗੋਦੀ 'ਚ ਲੈ ਲਾ, ਖਿੱਚ ਲਾ ਤੇ ਮੈਨੂੰ ਘੁੱਟ ਲਾ। ਕਹਿੰਦਾ ਉਹ ਜਿਹੜਾ ਮੁੰਡਾ ਦਮਨ ਆਇਆ ਇਹਦਾ ਯਾਰ ਦੋਸਤ, ਜੀ ਜੀ, ਉਹ ਕਹਿੰਦਾ ਵੀਰੇ ਮੈਂ ਇਹਨੂੰ ਪੂਰੀ ਜੱਫੀ 'ਚ ਲੈ ਲਿਆ। ਮੈਂ ਕਿਹਾ ਸਿਰੇ ਯਾਰ ਨਾ ਕਰ ਤੂੰ, ਵੀ ਹੌਸਲਾ ਰੱਖ, ਕੋਈ ਗੱਲ ਨਹੀਂ ਆਪਾਂ ਪਹੁੰਚ ਜਾਾਂਗੇ। ਕਹਿੰਦਾ ਭਾਵੇਂ ਕਿ ਸਾਨੂੰ ਪਤਾ ਸੀ ਸੋਨੀਪਤ 11-12 ਕਿਲੋਮੀਟਰ ਹੈਗਾ, ਜ਼ਿਆਦਾ ਹੋਊਗਾ। ਬਿਲਕੁਲ ਬਿਲਕੁਲ। ਪਰ ਫਿਰ ਵੀ ਕਹਿੰਦਾ ਬਾਈ ਹੁਣੀ ਸਪੋਰਟ ਕਰਨ ਲੱਗੇ। ਆਫਟਰ ਦੈਟ ਅਸੀਂ ਚੱਲ ਪਏ। ਕਹਿੰਦਾ ਜਦੋਂ ਮੈਂ ਘੁੱਟ ਕੇ ਸਾਥੀ ਨਾਲ ਲਾਇਆ, ਕਹਿੰਦਾ ਬਾਈ ਉਸ ਤੋਂ ਬਾਅਦ ਤਾਂ ਬਸ ਸਾਰਾ ਸਰੀਰ ਠੰਡਾ ਹੋ ਗਿਆ। ਕਹਿੰਦਾ ਮੈਂ ਆਪ ਗੋਦੀ 'ਚ ਪਾ ਕੇ ਕਿਹਾ ਉਹ ਸਿਰਾ ਮੇਰੇ ਨਾਲ ਹੀ ਤਾਂ ਐਂ ਕਰਨਾ ਤੂੰ ਯਾਰ, ਮੇਰੀ ਗੋਦੀ 'ਚ ਆ ਕੇ ਹੋਣਾ। ਬਿਲਕੁਲ। ਬਸ ਫਿਰ ਕਹਿੰਦਾ ਉਸ ਤੋਂ ਬਾਅਦ ਮੈਨੂੰ ਵੀ ਨਹੀਂ ਪਤਾ ਵੀ 15-20 ਮਿੰਟ ਮੈਂ ਕਿਸ ਤਰ੍ਹਾਂ ਬੈਠਾ ਰਿਹਾ ਗੱਡੀ 'ਚ। ਉਸ ਤੋਂ ਬਾਅਦ ਬਾਕੀ ਜਿਹੜੀ ਕਾਰਵਾਈ ਸੀ, ਕਹਿੰਦੇ ਬਲਦੇਵ ਸਿੰਘ ਸਿਰਸਾ ਜੀ ਆਏ ਜਾਂ ਬਾਕੀ ਜਥੇਬੰਦੀਆਂ ਦੇ ਇਕੱਠੇ ਹੋ ਕੇ, ਉਹ ਕਹਿੰਦੇ ਵੀ ਸਾਡਾ ਹੁਣ ਬੇਟਾ ਤੁਹਾਡਾ ਤਾਂ ਇਹ ਤਾਂ
ਇੱਥੇ ਤੱਕ ਹੀ ਨੱਤ ਦੀ, ਹੁਣ ਸਾਡੀ ਜ਼ਿੰਮੇਵਾਰੀ ਹੈ, ਜੋ ਅਸੀਂ ਕਰ ਦਾਂਗੇ ਉਹੀ ਕਰਨਾ। ਬਿਲਕੁਲ। ਤੇ ਉਸ ਤੋਂ ਬਾਅਦ ਸਾਡੀ ਉਸ ਤੋਂ ਬਾਅਦ ਹੀ ਗੱਲ ਹੋਈ ਹੈ ਜੀ। ਉਸ ਤੋਂ ਬਾਅਦ ਬਾਕੀ ਤੁਹਾਨੂੰ ਪਤਾ ਹੀ ਹੈ, ਮੰਮੀ ਡੈਡੀ ਨੇ ਦੱਸ ਹੀ ਦਿੱਤਾ। ਜੀ ਜੀ ਜੀ। ਹਾਂ, ਪਰ ਮੈਂ ਇੰਨੀ ਕੁ ਗੱਲ ਜ਼ਰੂਰ ਕਹਿਣਾਗਾ, ਉਹਦਾ ਰੁਝਾਨ ਸ਼ੁਰੂ ਤੋਂ ਹੀ ਐ ਲਾ ਲਓ ਵੀ ਸੇਵਾ ਭਾਵਨਾ ਵੱਲ ਜਿਵੇਂ ਜਾਣਦਾ ਰਹਿੰਦਾ, ਚਲੋ ਸੰਤਾਂ ਮਹਾਤਮਾ ਦੇ ਲੰਗਰ 'ਚ ਜਾਂਦਾ ਰਹਿੰਦਾ। ਇਹ ਤੁਹਾਨੂੰ ਦੱਸ ਰਹੇ ਨੇ ਜਿਹੜਾ ਹੁਣ ਜਿਹੜਾ ਆਪਾਂ ਨੇ ਉਦੋਂ ਪਹਿਲਾਂ ਜਿਹੜਾ ਰੋਕ ਵਾਲਾ ਉਸ ਅੰਦੋਲਨ ਚਲਾ ਕੇ ਉਹਦੇ ਵਿੱਚ ਉੱਥੇ ਸੰਗਰੂਰ ਜਾਂਦੇ ਰਹੇ ਜੀ, ਉੱਥੇ ਵੀ ਅਸੀਂ ਸੇਵਾ ਕਰਦੇ ਰਹਿੰਦੇ। ਹਾਲੇ ਮੈਂ ਕਹਿੰਦਾ ਰਹਿੰਦਾ ਵੀ ਤੂੰ ਆਪਣਾ ਕੰਮ ਕਰ ਲਿਆ ਕਰ ਜੀ। ਚਲੋ ਅਸੀਂ ਵੀ, ਮੈਂ ਵੀ ਜਥੇਬੰਦੀ ਜਾਂ ਬੀ ਐਡਵੇਅਰਸ ਫਰੰਟ ਦੇ ਵੱਲੋਂ ਅਸੀਂ ਵੀ ਜਾਂਦੇ ਰਹਿੰਦੇ ਹਾਂ। ਮੈਂ ਕਿਹਾ ਤੁਹਾਡਾ ਕੰਮ ਆ, ਤੁਸੀਂ ਕਬੀਲਦਾਰ ਬੰਦੇ ਹੋ, ਬਿਲਕੁਲ ਤੁਹਾਨੂੰ ਕਹਿੰਦਾ ਵੀਰੇ ਜੇ ਆਪਾਂ ਸਾਰੇ ਪਿੱਛੇ ਹਟਣ ਲੱਗ ਗਏ ਫਿਰ ਅੱਗੇ ਲੜੂ ਕੌਣ। ਇਹ ਪੂਰੇ ਆਪਾਂ ਇਹ ਵੀ ਸੋਚਦੇ ਹਾਂ ਸਮਾਜ ਵਿੱਚ ਹਲੇ ਵੀ ਇਹ ਹੈਗਾ ਬਿਲਕੁਲ ਵੀ ਇਹ ਕਿਸਾਨਾਂ ਦਾ ਅੰਦੋਲਨ ਹੈ, ਪਰ ਉਹ ਕਹਿੰਦਾ ਇਹ ਸ਼ਬਦ ਹੀ ਹੈ ਜੀ। ਜੇ ਆਪਾਂ ਪਿੰਡਾਂ ਤੋਂ ਯਾਰ ਸਾਰੇ ਜਾ ਰਹੇ ਨੇ, ਆਪਾਂ ਕਿਉਂ ਨਹੀਂ ਜਾਣਾ। ਮੇਰੇ ਜਿੱਦੇ ਉਸ ਤੋਂ ਪਹਿਲਾਂ ਤੁਹਾਨੂੰ ਦੱਸਿਆ ਵੀ ਗੱਲ ਹੋਈ ਜੀ, ਮੈਂ ਕਿਹਾ ਨਵਾਂ ਸਾਲ ਹੈ, ਤੂੰ ਘਰੇ ਬੈਠ, ਚਲੋ ਭਾਈਆਂ ਦੇ ਤੌਰ ਤੇ ਲਾ ਲਓ, ਬਿਲਕੁਲ ਆਪਣੀ ਘਰ ਦੀ ਗੱਲਬਾਤ ਹੁੰਦੀ ਹੈ ਜਿਹੜੀ, ਬਿਲਕੁਲ ਬਿਲਕੁਲ ਹੋ ਰਹੀ ਸੀ ਨਾ। ਮੈਨੂੰ ਮੈਂ ਆਪਾਂ ਦੇਖਦੇ ਤੇ ਟੀਵੀ ਵਿੱਚ ਵੀ ਦੇਖਦੇ ਸੀ ਵਾਰਿਸ ਇੰਨੀ ਹੋ ਰਹੀ ਹੈ, ਬਿਲਕੁਲ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੋਊਗਾ। ਮੈਂ ਵੀ ਮੋੜ ਕੇ ਕਿਹਾ ਵੀ ਜਾਂ ਤਾਂ ਵੀਰੇ ਧਿਆਨ ਰੱਖ, ਨਹੀਂ ਤੂੰ ਘਰੇ ਆ ਜਾ, ਕੋਈ ਗੱਲ ਨਹੀਂ, ਬਾਅਦ ਚਲੇ ਜਾਈਂ। ਬਿਲਕੁਲ ਠੀਕ ਹੈ। ਚਲੋ ਐ ਹੁੰਦਾ ਵੀ ਕਿਸੇ ਤਰੀਕੇ ਨਾਲ ਜੇ ਠੰਡ ਚੋਂ ਬਚਿਆ ਜਾਊਗਾ ਜੀ। ਕਹਿੰਦਾ ਵੀਰੇ ਮੈਂ ਤਾਂ ਮੁੜ ਕੇ ਆਣਾ ਹੀ ਨਹੀਂ। ਉਹ ਈਵਨ ਦੇ ਨਾ ਉਹਦੇ ਦੋਸਤ ਵੀ ਦੱਸਦੇ ਨੇ ਵੀ ਐਂ ਕਿਹਾ ਵੀ ਅੱਜ ਆਪਾਂ ਚੱਲਣਾ ਚਾਹ ਪੀਣ ਤੋਂ ਬਾਅਦ। ਅੱਛਾ। ਕਹਿੰਦਾ ਵੀਰੇ ਜੇ ਤੁਸੀਂ ਨੇ ਜਾਣਾ ਜਾਓ, ਮੈਂ ਤਾਂ ਸਦਾ ਲਈ ਇੱਥੇ ਹੀ ਰਹੂੰਗਾ। ਹੁਣ ਉਹਦੇ ਮਨ ਦੇ ਵਿੱਚੋਂ ਇਹ ਵਿਚਾਰ ਜਿਹੜੀ ਗੱਲਾਂ ਆਈਆਂ, ਦੇਖੋ ਪਤਾ ਨਹੀਂ ਉਹਦੇ ਮੂੰਹੋਂ ਹੋਣੀ, ਜਿਵੇਂ ਕਹਿੰਦੇ ਹੁੰਦੇ ਨੇ ਬੋਲਦੀ ਹੁੰਦੀ ਆ ਜੀ ਜੀ। ਕਹਿੰਦਾ ਵੀਰੇ ਤੁਸੀਂ ਜਾਣਾ ਜਾਓ, ਮੈਂ ਬੱਸ ਤੇ ਚਾਹੇ ਬਾਅਦ ਚ ਆ ਜਾ, ਮੈਂ ਤਾਂ ਇੱਥੋਂ ਜਾਣਾ ਹੀ ਨਹੀਂ ਯਾਰ। ਕਹਿੰਦਾ ਇੱਥੇ ਤਾਂ ਬਾਕੀ ਤੁਹਾਨੂੰ ਵੀ ਪਤਾ ਹੈ, ਉੱਥੇ ਦਾ ਜਿਹੜਾ ਜੋਸ਼ ਤੇ ਆਕਰੋਸ਼ ਹੈ ਨਹੀਂ ਪਤਾ ਲੱਗਣ ਦਾ। ਬਿਲਕੁਲ ਬਿਲਕੁਲ ਜੋਸ਼ ਆਕਰੋਸ਼ ਜਿਹਾ ਉੱਥੇ ਤਾਂ ਹਰ ਇੱਕ ਦੇ ਵਿੱਚ ਮੁਰਦਿਆਂ 'ਚ ਵੀ ਜਾਨ ਪੈਂਦੀ ਜੀ ਜੀ ਜੀ। ਬਿਲਕੁਲ। ਬਾਕੀ ਆਪਾਂ ਤੁਸੀਂ ਮੈਂ ਵੀ ਆ, ਉੱਥੇ ਜਾਵਾਂਗੇ ਤਾਂ ਜਿੰਦਾਬਾਦ, ਜਦੋਂ ਕਹਤਾ ਬੋਲੇ ਸੋਹਣੇ ਹਾਲ ਸਤਿ ਸ਼੍ਰੀ ਅਕਾਲ ਕਹਿਤਾ ਤਾਂ ਜੋਸ਼ ਥੋੜੇ ਮੋੜ ਦਰਦ ਨੂੰ ਫੀਲ ਨਹੀਂ ਕਰਦਾ ਜੀ। ਤੇ ਨਹੀਂ ਪਤਾ ਸੀਗਾ, ਬਾਕੀ ਦਿਲੋਂ ਕਹਿਣਾ ਵੀਰ ਜੀ ਨਹੀਂ ਪਤਾ ਜੀ, ਕਿਉਂਕਿ ਜੇ ਬਿਮਾਰ ਹੁੰਦਾ ਨਾ ਇਹ ਉਹਦਾ 100 ਇਲਾਜ ਹੁੰਦਾ। ਬਿਲਕੁਲ ਬਿਲਕੁਲ ਜੀ। ਤੇ ਕਿਤੇ ਕਲਪਨਾ ਵੀ ਨਹੀਂ ਕਰੀ ਸੀ ਵੀ ਕਿਤੇ ਬਾਈ ਹੋਣਾ ਨਹੀਂ, ਬਈ ਇਸ ਤਰ੍ਹਾਂ ਹੋ ਸਕਦਾ ਹੈਗਾ ਜੀ। ਲਾਈਫ ਪਲਟਦੀ ਜੀ ਜੀ। ਤੇ ਵਾਕਈ ਜੋ ਸ਼ਹਾਦਤ ਤੋਂ ਲੈ ਕੇ ਗਿਆ ਜੀ, ਇਹ ਮੁਸ਼ਕਲ ਨਾਲ ਹੈ ਕਿਸੇ ਕਰਮ ਵਾਲੇ ਨੂੰ। ਬਿਲਕੁਲ ਹਰ ਇੱਕ ਦੇ ਹਿੱਸੇ ਉਹ ਗੱਲ ਨਹੀਂ ਆਉਂਦੀ। ਪਰਿਵਾਰ ਦਾ ਨੰਬਰ ਦਿਓ ਜਿਹਦੇ ਨਾਲ ਦਰਸ਼ਕ ਜਿਹੜੇ ਦੇਖ ਰਹੇ ਆ ਉਹ ਤੁਹਾਡੇ ਨਾਲ ਗੱਲ ਕਰ ਸਕਣ। ਜੇ ਤੁਹਾਨੂੰ ਕੋਈ ਸਹਾਇਤਾ ਕਰਨੀ ਚਾਹੁੰਦੇ ਆ ਤੇ ਕੋਈ ਦੁੱਖ ਵੰਡਾਉਣਾ ਚਾਹੁੰਦੇ ਆ, ਕੋਈ ਪਰਿਵਾਰ ਦਾ ਇੱਕ ਨੰਬਰ ਦਿਓ ਤਾਂ ਕਿ ਆਪਾਂ ਇਹਦੇ ਵਿੱਚ ਦੱਸੀਏ ਦਰਸ਼ਕਾਂ ਨੂੰ ਵੀ। ਬਾਕੀ ਇਹ ਰਘਵੀਰ ਦੀ ਲੈ ਲਓ ਜੀ ਜੀ। ਰਘਵੀਰ ਬਾਈ ਜੀ ਤੁਸੀਂ ਇੱਕ ਨੰਬਰ ਬੋਲੋ ਆਪਣਾ ਜ਼ਰੂਰ, ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਜੇ ਤੁਹਾਡੇ ਨਾਲ ਗੱਲ ਕਰਨੀ ਚਾਹਣ। 81462 ਜੀ ਜੀ 48661। ਇੱਕ ਵਾਰੀ ਫੇਰ ਬੋਲ ਦਿਓ। 81462 48661। ਦੋਸਤੋ ਇਹ ਬਾਈ ਰਘਵੀਰ ਹੋਰਾਂ ਦਾ ਨੰਬਰ ਹੈ। ਬਾਈ ਸ਼ਮਸ਼ੇਰ ਸਿੰਘ ਜੀ ਸਵਰਗਵਾਸੀ ਉਹਨਾਂ ਦੇ ਭਰਾ ਨੇ, ਤੇ ਮਾਤਾ ਜੀ ਬੈਠੇ ਨੇ, ਉਹਨਾਂ ਦੇ ਧਰਮ ਪਤਨੀ ਬੈਠੇ ਨੇ ਬਾਈ ਸ਼ਮਸ਼ੇਰ ਸਿੰਘ ਹੋਰਾਂ ਦੇ, ਤੇ ਉਹਨਾਂ ਦੇ ਪਿਤਾ ਜੀ ਸਰਦਾਰ ਨਿਰਭੈ ਸਿੰਘ ਜੀ ਨੇ। ਤੁਸੀਂ ਵੇਖ ਰਹੇ ਹੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕੀਤੀ ਹੈ। ਮਾਂ ਜਿੰਨਾ ਟਾਈਮ ਅਸੀਂ ਗੱਲ ਕਰੀ ਗਏ ਹਾਂ, ਮਾਂ ਦੇ ਹੰਝੂ ਬੰਦ ਨਹੀਂ ਹੋਏ, ਮਾਂ ਨੂੰ ਹਾਲੇ ਵੀ ਉਡੀਕ ਹੈ ਉਸ ਪੁੱਤ ਦੀ। ਮੈਂ ਚਾਹੁੰਦਾ ਜਿਸ ਤਰ੍ਹਾਂ ਕਿਸਾਨ ਸੰਘਰਸ਼ ਦੇ ਵਿੱਚ ਉਹ ਪੰਜਾਬ ਦਾ ਪੁੱਤ ਹੋ ਕੇ ਇਸ ਦੁਨੀਆ ਤੋਂ ਗਿਆ, ਜਾਣਾ ਸਭ ਨੇ ਹੈ, ਪਰ ਸ਼ਮਸ਼ੇਰ ਸਿੰਘ ਜੋ ਜਾਣ ਵੇਲੇ ਆਪਣੀ ਕੁਰਬਾਨੀ ਕਿਸਾਨ ਸੰਘਰਸ਼ ਦੇ, ਕਿਸਾਨੀ ਦੇ, ਪੰਜਾਬੀਅਤ ਦੇ ਲੇਖੇ ਲਾ ਕੇ ਗਿਆ, ਇਨਸਾਨੀਅਤ ਦੇ ਲੇਖੇ ਲਾ ਕੇ ਗਿਆ, ਉਹਦਾ ਮੁੱਲ ਜ਼ਰੂਰ ਪੈਣਾ ਚਾਹੀਦਾ। ਬੱਚਿਆਂ ਨੂੰ ਪੜ੍ਹਾਉਣਾ ਹੈ, ਤੁਸੀਂ ਘਰ ਵੇਖ ਹੀ ਲਿਆ ਸੀ, ਤੁਹਾਨੂੰ ਨਾਲ ਦੀ ਨਾਲ ਵਿਖਾਇਆ ਸਾਰਾ ਕੁਛ, ਘਰ ਦੇ ਹਾਲਾਤ ਕੀ ਨੇ, ਕਿਵੇਂ ਇੱਕ ਆਮ ਪਰਿਵਾਰ ਦਾ ਜੀਵਨ ਕਿਵੇਂ ਲੰਘਦਾ, ਕਿਵੇਂ ਉਹ ਦੁੱਧ ਦਾ ਕੰਮ ਕਰਕੇ ਥੋੜ੍ਹਾ ਬਹੁਤਾ ਉਹਦੇ ਨਾਲ ਆਪਣਾ ਪਰਿਵਾਰ ਚਲਾਉਂਦੇ ਸੀ। ਇਹ ਬਜ਼ੁਰਗ ਮਾਂ ਗੀ, ਪਿਤਾ ਨੇ, ਹੁਣ ਉਹ ਕਿੰਨਾ ਕੁ ਟਾਈਮ ਕੰਮ ਕਰਨਗੇ। ਤੇ ਭੈਣ ਦੇ ਸਿਰ ਤੇ ਵੀ ਬਹੁਤ ਵੱਡਾ ਜਿਹੜਾ ਇਸ ਸਮੇਂ ਪਹਾੜ ਹੈ, ਕਿਉਂਕਿ ਉਹ ਦੁੱਖਾਂ ਦਾ ਪਹਾੜ ਜਿਹੜਾ ਟੁੱਟਦਾ ਉਹ ਪਰਿਵਾਰ ਹੀ ਜਾਣਦਾ ਹੁੰਦਾ। ਤੇ ਤਿੰਨਾਂ ਬੱਚਿਆਂ ਨੂੰ ਜਿਸ ਤਰ੍ਹਾਂ ਸਰਦਾਰ ਨਿਰਭੈ ਸਿੰਘ ਜੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਆਪਾਂ ਪੜ੍ਹਾਈ ਵੀ ਉਹਨਾਂ ਦੀ ਜਾਰੀ ਰੱਖਣੀ ਹੈ। ਇਹ ਸਾਰਾ ਕੁਛ ਸਮਾਜ ਕਰ ਸਕਦਾ ਹੈ, ਹੁਣ ਜ਼ਿੰਮੇਵਾਰੀ ਸਮਾਜ ਦੀ ਹੈ। ਤੇ ਬਾਈ ਰਘਵੀਰ ਸਿੰਘ ਹੋਰਾਂ ਨਾਲ ਤੁਸੀਂ ਗੱਲਬਾਤ ਕਰਦੇ ਰਹੋ, ਪਰਿਵਾਰ ਦਾ ਦੁੱਖ ਵੰਡਾਉਂਦੇ ਰਹੋ, ਇਹਨਾਂ ਨਾਲ ਜੁੜਦੇ ਰਹੋ। ਸਾਡੀ ਡੇਲੀ ਆਵਾਜ਼ ਦੀ ਕੋਸ਼ਿਸ਼ ਹੈ ਇਸ ਸ਼ਹੀਦ ਪਰਿਵਾਰ ਦੇ ਨਾਲ ਮਿਲਾਉਣ ਦੀ। ਤੁਸੀਂ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਓ ਤਾਂ ਕਿ ਇਸ ਪਰਿਵਾਰ ਦੀ ਜਿਹੜੀ ਸਹਾਇਤਾ ਹੋ ਸਕੇ, ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਸਕੇ। ਅਸੀਂ ਸਟਾਲਨਵੀਰ ਬਾਈ ਹੁਣਾਂ ਨਾਲ ਗੱਲ ਕੀਤੀ ਸੀ ਕਿ ਅਸੀਂ ਇਹ ਪਰਿਵਾਰ ਨੂੰ ਮਿਲਣਾ ਚਾਹੁੰਦੇ ਹਾਂ, ਕਿਉਂਕਿ ਬਾਈ ਹੁਣਾਂ ਦੀ ਡੈੱਡ ਬੋਡੀ ਸਟਾਲਨਵੀਰ ਹੁਣੀ ਜਦੋਂ ਆਏ ਸੀ ਲੈ ਕੇ, ਤਾਂ ਨਾਲ ਲੈ ਕੇ ਆਏ ਸੀ। ਸਾਡੀ ਉਸੇ ਦਿਨ ਦੀ ਕੋਸ਼ਿਸ਼ ਸੀ ਕਿ ਇਹ ਪਰਿਵਾਰ ਤੱਕ ਪਹੁੰਚਿਆ ਜਾਵੇ।
ਤੁਸੀਂ ਹੁਣ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚਾਉਣੀ ਹੈ ਤੇ ਵੱਧ ਤੋਂ ਵੱਧ ਇਸ ਪਰਿਵਾਰ ਦਾ ਦੁੱਖ ਵੀ ਵੰਡਾਉਣਾ। ਮੈਨੂੰ ਉਮੀਦ ਹੈ ਤੁਸੀਂ ਇਸ ਗੱਲ ਤੇ ਜ਼ਰੂਰ ਪੂਰੇ ਉਤਰੋਗੇ ਤੇ ਸਾਥ ਦਿਓਗੇ। ਇਸੇ ਉਮੀਦ ਦੇ ਨਾਲ ਮੈਨੂੰ ਬਿੱਟੂ ਚੱਕ ਵਾਲੇ ਤੇ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ। ਧੰਨਵਾਦ।